ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪੰਜਵਾਂ। ਸਾ ਮਤ ਨਿਰਮਲ ਕਹੀਅਤ ਧੀਰ, ਰਾਮ ਰਸਾਇਣ ਪੀਵਤ ਬੀਰ। ਹਰਿ ਕੇ ਚਰਨ ਹਿਰਦੈ ਕਰ ਓਟ, ਜਨਮ ਮਰਨ ਤੇ ਹੋਵਤ ਛੋਟ। ਰਹਾਉ ਸੋ ਤਨ ਨਿਰਮਲ ਜਿਤ ਉਪਜੈ ਨਾ ਪਾਪ, ਰਾਮ ਰੰਗ ਨਿਰਮਲ ਪ੍ਰਤਾਪ। ਸਾਧ ਸੰਗ ਮਿਟ ਜਾਤ ਵਿਕਾਰ, ਸਭ ਤੇ ਊਚ ਇਹੋ ਉਪਕਾਰ। ਪ੍ਰੇਮ ਭਗਤ ਰਾਤੇ ਗੋਪਾਲ, ਨਾਨਕ ਜਾਚੈ ਸਾਧਰਵਾਲ। ਗੌੜੀ ਮਹੱਲਾ ਪੰਜਵਾਂ। ਸਾ ਮਤ ਨਿਰਮਲ ਕਹੀਅਤ ਧੀਰ, ਰਾਮ ਰਸਾਇਣ ਪੀਵਤ ਬੀਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਜਿੱਥੇ ਨਿਰਗੁਣ ਤੇ ਸਰਗੁਣ ਥੀਆ, ਨਿਰਾਕਾਰ ਤੋਂ ਸਾਕਾਰ ਰੂਪ ਧਾਰਨ ਕੀਤਾ ਹੈ, ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਗੁਰਮਤਿ ਦਾ ਸਿਧਾਂਤ ਹੈ, ਨਿਰਗੁਣ ਆਪ ਸਰਗੁਣ ਪੀ ਉਹੀ, ਕਲਾ ਧਾਰ ਜਨ ਸਗਲੀ ਮੋਹੀ। ਨਿਰਗੁਣ ਤੇ ਸਰਗੁਣ ਵੱਖੋ ਵੱਖ ਦੋ ਸਰੂਪ ਨਹੀਂ, ਬਲਕਿ ਦੋਨੋਂ ਹੀ ਇੱਕ ਬਰਾਬਰ ਹਨ। ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਜਿੱਥੋਂ ਤੱਕ ਬਾਣੀ ਦਾ ਸਵਾਲ ਹੈ, ਬਾਣੀ ਵੀ ਗੁਰੂ ਦਾ ਸਰੂਪ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਇੱਕ ਵਾਰ ਕਲਗੀਧਰ ਪਾਤਸ਼ਾਹ ਚੋਜੀ ਪ੍ਰੀਤਮ ਸਾਹਿਬੇ ਕਮਾਲ ਨੂੰ ਪੁੱਛਿਆ ਸੀ, ਗਰੀਬ ਨਿਵਾਜ ਸਤਿਗੁਰੂ ਤੁਹਾਡੇ ਕਿੰਨੇ ਸਰੂਪ ਹਨ? ਤਾਂ ਚੋਜੀ ਪਾਤਸ਼ਾਹ ਨੇ ਜਵਾਬ ਦਿੱਤਾ ਸੀ, ਤੀਨ ਰੂਪ ਹੈ ਮੋਹੇ ਕੀ, ਸੁਨਹੁ ਨੰਦ ਚਿਤ ਲਾਏ। ਨਿਰਗੁਣ ਸਰਗੁਣ ਗੁਰ ਸ਼ਬਦ, ਕਹਹੁ ਤੋਹੇ ਸਮਝਾਏ। ਐ ਭਾਈ ਨੰਦ ਲਾਲ, ਸਾਡੇ ਤਿੰਨ ਰੂਪ ਹਨ,
ਇੱਕ ਨਿਰਗੁਣ ਹੈ, ਦੂਜਾ ਸਰਗੁਣ ਹੈ, ਤੀਸਰਾ ਸ਼ਬਦ ਸਰੂਪ ਹੈ। ਪਰ ਵਾਸਤਵ ਦੇ ਵਿੱਚ ਤਿੰਨੋਂ ਹੀ ਇੱਕ ਰੂਪ ਹਨ। ਜਿਵੇਂ ਪਾਣੀ ਇੱਕ ਐਸਾ ਪਦਾਰਥ ਹੈ ਜਿਸ ਨੂੰ ਸਤਿਗੁਰੂ ਨੇ ਪਾਵਨ ਗੁਰੂ ਪਾਣੀ ਪਿਤਾ, ਪਾਣੀ ਨੂੰ ਪਿਤਾ ਦਾ ਨਾਮ ਦਿੱਤਾ ਹੈ। ਉਹ ਪਾਣੀ ਦੇ ਵੀ ਤਿੰਨ ਰੂਪ ਨੇ। ਇੱਕ ਪਾਣੀ ਦਾ ਰੂਪ ਅਸੀਂ ਪ੍ਰਤੱਖ ਵੇਖਦੇ ਹਾਂ, ਜੋ ਸਾਡੇ ਅਨੇਕਾਂ ਕੰਮ ਕਾਜ ਵੀ ਸਵਾਰਦਾ ਹੈ। ਪਾਣੀ ਪੀਂਦੇ ਹਾਂ, ਪਿਆਸ ਬੁੱਝ ਜਾਂਦੀ ਹੈ। ਬਸਤਰ ਮੈਲਾ ਹੋ ਜਾਵੇ, ਪਾਣੀ ਨਾਲ ਧੋ ਕੇ ਸਾਫ਼ ਕਰ ਲਈਦਾ। ਜਿੰਨੀ ਵੀ ਬਨਸਪਤੀ ਹੈ ਅਤੇ ਜਿਤਨੇ ਵੀ ਜੀਵ ਜੰਤ ਨੇ, ਉਹਨਾਂ ਸਾਰਿਆਂ ਨੂੰ ਹੀ ਪਾਣੀ ਦੀ ਭਾਰੀ ਲੋੜ ਹੈ। ਇਸੇ ਲਈ ਪਾਣੀ ਨੂੰ ਪਿਤਾ ਸਤਿਗੁਰੂ ਨੇ ਆਖਿਆ। ਇੱਕ ਪਾਣੀ ਦਾ ਪ੍ਰਤੱਖ ਰੂਪ ਹੈ, ਦੂਸਰਾ ਇੱਕ ਪਾਣੀ ਦਾ ਸੂਖਮ ਰੂਪ ਹੈ। ਉਹ ਸੂਖਮ ਰੂਪ ਕਿਹੜਾ ਹੈ? ਜਦੋਂ ਜ਼ਿਆਦਾ ਗਰਮੀ ਪੈਂਦੀ ਹੈ, ਸਮੁੰਦਰ ਦਾ ਪਾਣੀ ਜਾਂ ਧਰਤੀ ਦੇ ਹੋਰ ਕਿਸੇ ਵੀ ਹਿੱਸੇ 'ਤੇ ਵਸ ਰਿਹਾ ਪਾਣੀ, ਉਹ ਬੁਖਾਰਾਤ ਬਣ ਕੇ ਆਕਾਸ਼ ਵਿੱਚ ਉੱਡ ਜਾਂਦਾ ਹੈ। ਹੁੰਦਾ ਉਹ ਵੀ ਪਾਣੀ ਹੈ, ਉਹ ਗੈਸ ਬਣ ਕੇ, ਹਵਾ ਬਣ ਕੇ ਉੱਡ ਜਾਂਦਾ ਹੈ। ਅਤੇ ਉਹੀ ਜਦੋਂ ਫਿਰ ਦੋ ਗੈਸਾਂ ਇਕੱਠੀਆਂ ਹੁੰਦੀਆਂ ਨੇ, ਫਿਰ ਉਹ ਪਾਣੀ ਬਣ ਜਾਂਦਾ ਹੈ। ਤੀਸਰਾ ਰੂਪ ਹੈ ਪਾਣੀ ਦਾ ਠੋਸ ਰੂਪ। ਜਿਵੇਂ ਬਹੁਤੀ ਠੰਡ ਪੈ ਜਾਵੇ ਤੇ ਪਾਣੀ ਜੰਮ ਜਾਂਦਾ ਹੈ, ਚਾਹੇ ਉਹ ਦਰਿਆਵਾਂ ਦਾ ਪਾਣੀ ਹੈ, ਚਾਹੇ ਕਿਸੇ ਸਰੋਵਰ ਦਾ ਪਾਣੀ ਹੈ। ਬਹੁਤੀ ਠੰਡ ਦੇ ਨਾਲ ਉਹ ਵੀ ਫਰੀਜ ਹੋ ਜਾਂਦਾ ਹੈ। ਇਹ ਤੀਸਰਾ ਪਾਣੀ ਦਾ ਰੂਪ ਹੈ। ਹੁਣ ਸਮਝਣ ਦੇ ਲਈ ਜਿਹੜਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਿਰਗੁਣ ਸਰੂਪ ਹੈ, ਉਹ ਤੇ ਸੂਖਮ ਰੂਪ ਹੈ। ਜਿਵੇਂ ਪਾਣੀ ਦਾ ਸੂਖਮ ਰੂਪ ਹੁੰਦਾ ਹੈ, ਗੈਸ ਬਣ ਕੇ ਪਾਣੀ ਉੱਡ ਜਾਂਦਾ ਹੈ। ਦੂਸਰਾ ਰੂਪ ਜੋ ਪਾਵਨ ਸਰਗੁਣ ਸਰੂਪ ਧਾਰਨਾ ਕੀਤਾ ਹੈ, ਇਹ ਪਾਣੀ ਦਾ ਦੂਸਰਾ ਠੋਸ ਰੂਪ ਹੈ। ਇੱਕ ਗੱਲ ਯਾਦ ਰੱਖਣ ਵਾਲੀ ਹੈ, ਜਿਹੜਾ ਪਾਣੀ ਦਾ ਸੂਖਮ ਰੂਪ ਹੈ ਉਹ ਵੀ ਸਾਡੇ ਬਹੁਤੇ ਕੰਮ ਨਹੀਂ ਸਵਾਰਦਾ, ਤੇ ਜਿਹੜਾ ਪਾਣੀ ਦਾ ਠੋਸ ਰੂਪ ਹੈ, ਬਰਫ਼ ਬਣਿਆ ਹੋਇਆ ਪਾਣੀ ਹੈ, ਉਹ ਵੀ ਸਾਡੇ ਬਹੁਤੇ ਕੰਮ ਨਹੀਂ ਸਵਾਰ ਸਕਦਾ। ਤੀਸਰਾ ਹੈ ਜਿਹੜਾ ਪਾਣੀ ਦਾ ਪ੍ਰਗਟ ਰੂਪ, ਜਿਸ ਨੂੰ ਤਰਲ ਰੂਪ ਆਪਾਂ ਕਹਿੰਦੇ ਹਾਂ, ਇਹ ਪਾਣੀ ਵਧੇਰੇ ਕੰਮ ਆਉਂਦਾ ਹੈ। ਜਿਹੜਾ ਗੁਰੂ ਦਾ ਸ਼ਬਦ ਹੈ, ਇਹ ਪਾਣੀ ਦਾ ਤਰਲ ਰੂਪ ਹੈ, ਔਰ ਇਹਦੀ ਮਹਾਨਤਾ ਸਾਰਿਆਂ ਨਾਲੋਂ ਵੱਧ ਹੈ। ਜਦੋਂ ਆਪਾਂ ਇਤਿਹਾਸ ਦੀ, ਗੁਰਬਾਣੀ ਦੀ ਖੋਜ ਕਰਕੇ ਵੇਖਦੇ ਹਾਂ, ਇਹਦੇ ਵਿੱਚ ਨਿਰਗੁਣ ਤੇ ਸਰਗੁਣ ਸਰੂਪ ਦੇ ਨਾਲੋਂ ਵੀ ਬਾਣੀ ਦੀ ਮਹਿਮਾ, ਸ਼ਬਦ ਦੀ ਮਹਿਮਾ ਵਧੇਕ ਲਿਖੀ ਹੋਈ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿੱਚ ਜਿਗਿਆਸੂਆਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਨੂੰ ਇਹ ਦੱਸੋ, ਉਹ ਪਰਮਾਤਮਾ ਕਿੱਥੇ ਵਸ ਰਿਹਾ ਹੈ ਤੇ ਉਹਨੂੰ ਕਿਵੇਂ ਵੇਖਿਆ ਜਾ ਸਕਦਾ ਹੈ? ਤਾਂ ਸਤਿਗੁਰੂ ਦਾ ਜਵਾਬ ਸੀ, ਘਟ ਘਟ ਰਵ ਰਹਿਆ ਬਨਵਾਰੀ, ਜਲ ਥਲ ਮਹੀਅਲ ਗੁਪਤੋ ਵਰਤੈ, ਗੁਰ ਸ਼ਬਦੀ ਦੇਖ ਨਿਹਾਰੀ ਜੀਓ। ਉਹ ਵਾਹਿਗੁਰੂ ਪਰਮੇਸ਼ਰ ਘਟਾਂ ਘਟਾਂ ਵਿੱਚ ਵਸ ਰਿਹਾ ਹੈ। ਹਰ ਜੀਵ ਦੇ ਸਰੀਰ ਵਿੱਚ, ਹਰ ਜੀਵ ਦੇ ਹਿਰਦੇ ਵਿੱਚ ਉਹ ਪਰਮਾਤਮਾ ਵਸ ਰਿਹਾ ਹੈ, ਪਰ ਉਹਨੂੰ ਅਸੀਂ ਜਾਣ ਨਹੀਂ ਸਕਦੇ, ਉਹਨੂੰ ਅਸੀਂ ਵੇਖ ਨਹੀਂ ਸਕਦੇ। ਇਹਦਾ ਕੀ ਕਾਰਨ?
ਹਾਜ਼ੂਰ ਕਹਿੰਦੇ ਜਲ ਥਲ ਮਹੀਲ ਗੁਪਤੋ ਵਰਤੈ। ਉਹ ਜਲਾਂ ਥਲਾਂ ਧਰਤੀ ਆਕਾਸ਼ਾਂ ਦੇ ਵਿੱਚ ਗੁਪਤ ਰੂਪ ਹੋ ਕੇ ਵਰਤ ਰਿਹਾ ਹੈ, ਕਿਉਂਕਿ ਵਾਹਿਗੁਰੂ ਦੇ ਦੋ ਸਰੂਪ ਨੇ। ਇੱਕ ਵੈਰਾਟ ਰੂਪ ਹੈ ਤੇ ਦੂਸਰਾ ਸੂਖਮ ਰੂਪ ਹੈ, ਜਿਸ ਨੂੰ ਹਿਰਣਗਰਭ ਵੀ ਲਿਖਿਆ ਹੈ। ਇਹ ਵਾਹਿਗੁਰੂ ਦਾ ਦੂਸਰਾ ਰੂਪ ਹੈ। ਇਸੇ ਲਈ ਗੁਰਬਾਣੀ ਵਿੱਚ ਵਾਹਿਗੁਰੂ ਦੇ ਦੋ ਸਰੂਪਾਂ ਦੀ ਗੱਲ ਵਧੇਰੇ ਆਉਂਦੀ ਹੈ। ਕਲਗੀਧਰ ਪਾਤਸ਼ਾਹ ਨੇ ਵੀ ਲਿਖਿਆ ਹੈ, ਸੂਸ਼ਮ ਤੇ ਸੂਸ਼ਮ ਕਰ ਚੀਨੇ ਬਿਰਦਨ ਬਿਰਦ ਬਤਾਏ। ਇਹ ਵਾਹਿਗੁਰੂ ਦੇ ਦੋ ਸਰੂਪ ਨੇ। ਜਦੋਂ ਆਪਾਂ ਪ੍ਰਕਿਰਤੀ ਦੀ ਖੋਜ ਕਰਦੇ ਹਾਂ, ਇਹ ਵੀ ਦੋ ਕਿਸਮ ਦੀ ਖੋਜ ਹੈ। ਇੱਕ ਤਾਂ ਬਾਹਰਲੀ ਭੌਤਿਕ ਪ੍ਰਕਿਰਤੀ ਦੀ ਖੋਜ ਹੈ, ਧਰਤੀ ਹੋਰ ਪਰੈ ਹੋਰ ਤਿਸ ਤੇ ਪਾਰ ਤਲੈ ਕਵਣ ਜੋਰ। ਪਾਤਾਲਾਂ ਪਾਤਾਲ ਲਖ ਆਗਾਸਾਂ ਆਗਾਸ। ਓੜਕ ਓੜਕ ਪਾਲ ਥਕੀ ਵੇਦ ਕਹਿਣ ਇੱਕ ਵਾਤ। ਤੇ ਦੂਸਰੀ ਸੂਖਮ ਖੋਜ ਵੀ ਹੈ। ਜਿਵੇਂ ਹੁਣ ਸਾਇੰਸਦਾਨ ਕੋਈ ਐਟਮ ਸ਼ਕਤੀ ਨੂੰ ਜਾਂ ਜਿਹੜੀਆਂ ਹੋਰ ਰਸਾਇਣਕ ਚੀਜ਼ਾਂ ਨੇ ਉਹਨਾਂ ਦੀ ਰਿਸਰਚ ਕਰਦੇ ਨੇ, ਇਹ ਸੂਖਮ ਖੋਜ ਹੈ। ਇਸੇ ਤਰ੍ਹਾਂ ਵਾਹਿਗੁਰੂ ਦੇ ਦੋ ਰੂਪ ਨੇ, ਇੱਕ ਉਸ ਦਾ ਸਥੂਲ ਰੂਪ ਹੈ ਤੇ ਦੂਸਰਾ ਸੂਖਮ ਰੂਪ ਹੈ ਦੋਵੇਂ ਉਸ ਵਾਹਿਗੁਰੂ ਪਰਮੇਸ਼ਰ ਦੇ ਰੂਪ। ਪਰ ਉਹਨਾਂ ਦੋਹਾਂ ਦੇ ਵਿੱਚੋਂ ਸ਼ਬਦ ਦੀ ਬਾਣੀ ਦੀ ਮਹਾਨਤਾ ਹੈ, ਕਿਉਂਕਿ ਜਿਹੜਾ ਸਰਗੁਣ ਸਰੂਪ ਹੈ ਉਹ ਹਮੇਸ਼ਾ ਨਹੀਂ ਰਹਿ ਸਕਦਾ, ਤੇ ਜਿਹੜਾ ਨਿਰਗੁਣ ਹੈ ਉਸ ਦੀ ਪ੍ਰਾਪਤੀ ਸਾਡੇ ਤੋਂ ਆਪਣੇ ਆਪ ਨਹੀਂ ਹੋ ਸਕਦੀ। ਇਸ ਲਈ ਜਿਹੜੀ ਬਾਣੀ ਹੈ, ਬਾਣੀ ਵਿਛੜਿਆਂ ਨੂੰ ਅਕਾਲ ਪੁਰਖ ਦੇ ਨਾਲ ਮਿਲਾਉਂਦੀ ਹੈ। ਬਾਣੀ ਦਾ ਸਰਗੁਣ ਦੇ ਨਾਲ ਵੀ ਸੰਬੰਧ ਹੈ, ਕਿਉਂਕਿ ਸਰਗੁਣ ਸਰੂਪ ਰਾਹੀਂ ਪ੍ਰਗਟ ਹੋਈ ਹੈ, ਤੇ ਫਿਰ ਇਹਦਾ ਨਿਰਗੁਣ ਦੇ ਨਾਲ ਵੀ ਸੰਬੰਧ ਹੈ, ਕਿਉਂਕਿ ਉਹਦੇ ਵਿੱਚ ਸਾਨੂੰ ਆਪੇਦ ਵੀ ਕਰਦੀ ਹੈ। ਇਸੇ ਲਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਆਖਿਆ, ਐ ਜਗਿਆਸੂ ਐ ਗੁਰਸਿੱਖੋ, ਉਹ ਪਰਮਾਤਮਾ ਜਲਾਂ ਥਲਾਂ ਦੇ ਵਿੱਚ ਗੁਪਤ ਰੂਪ ਹੋ ਕੇ ਵਰਤ ਰਿਹਾ ਹੈ। ਗੁਰ ਸ਼ਬਦੀ ਦੇਖ ਨਿਹਾਰੀ ਜੀਓ। ਜੇ ਤੁਸੀਂ ਉਹਨੂੰ ਵੇਖਣਾ ਚਾਹੁੰਦੇ ਹੋ ਤੇ ਸ਼ਬਦ ਨਾਲ ਸੁਰਤ ਨੂੰ ਜੋੜੋ। ਜਦੋਂ ਸ਼ਬਦ ਨਾਲ ਸੁਰਤ ਜੁੜ ਜਾਵੇਗੀ, ਸ਼ਬਦ ਇੱਕ ਉਹ ਚਸ਼ਮਾ ਹੈ ਜਿਸ ਦੇ ਵਿੱਚੋਂ ਦੀ ਉਸ ਅਕਾਲ ਪੁਰਖ ਦੇ ਦਰਸ਼ਨ ਹੋ ਸਕਦੇ ਨੇ। ਜਿਵੇਂ ਸਾਇੰਸਦਾਨ ਮਾਈਕਰੋਸਕੋਪ ਦੇ ਨਾਲ ਸੂਖਮ ਤੋਂ ਸੂਖਮ ਪਰਮਾਣੂਆਂ ਨੂੰ ਵੇਖ ਲੈਂਦੇ ਹਨ, ਇਸੇ ਤਰ੍ਹਾਂ ਸਤਿਗੁਰੂ ਦੀ ਬਾਣੀ ਗੁਰੂ ਸ਼ਬਦ ਦੇ ਚਸ਼ਮੇ ਨਾਲ ਅਸੀਂ ਸੂਖਮ ਤੋਂ ਸੂਖਮ ਉਸ ਅਕਾਲ ਪੁਰਖ ਵਾਹਿਗੁਰੂ ਦੇ ਦੀਦਾਰ ਵੀ ਕਰ ਸਕਦੇ ਹਾਂ। ਇਸ ਲਈ ਗੁਰੂ ਸ਼ਬਦ ਦੀ ਮਹਿਮਾ ਅਪਰੰਪਾਰ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਦੀ ਮਹਿਮਾ ਤੇ ਵਡਿਆਈ ਵੀ ਕਥਨ ਤੋਂ ਬਾਹਰ ਹੈ। ਮਥੁਰਾ ਭੱਟ ਜੀ ਲਿਖਦੇ ਹਨ, ਤਾਰਨ ਗਗਨ ਨਾ ਉਖੰਡ ਮਹਿ ਜੋਤ ਸਵਰੂਪੀ ਰਹਿਓ ਪਰ। ਪਣ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਭਾਵੇਂ ਪਰਉਪਕਾਰ ਤਾਂ ਹੋਰ ਵੀ ਬਥੇਰੇ ਹਨ, ਪਰ ਸਭ ਤੋਂ ਵੱਡਾ ਪਰਉਪਕਾਰ ਸਤਿਗੁਰੂ ਦਾ ਇਹੀ ਸਮਝਿਆ ਜਾਂਦਾ ਹੈ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਇੱਕ ਵਡਮੁੱਲਾ ਖਜ਼ਾਨਾ ਸੰਸਾਰ ਨੂੰ ਬਖਸ਼ਿਸ਼ ਕਰ ਗਏ ਹਨ, ਅਤੇ ਜਿਸ ਦੇ ਨਾਲ ਸਿੱਖ ਸੰਸਾਰ ਦਾ ਸਾਰੇ ਸੰਸਾਰ ਦੇ ਵਿੱਚ ਮਾਣ ਦੇ ਨਾਲ ਸਿਰ ਵੀ ਉੱਚਾ ਹੈ, ਕਿਉਂਕਿ ਇਹ ਸਿੱਖਾਂ ਦੀ ਵਿਰਾਸਤ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੌੜੀ ਰਾਗ ਦੇ ਅੰਦਰ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਜਨਮ ਮਰਨ ਤੋਂ ਛੁਟਕਾਰਾ ਕਿਵੇਂ ਹੋ ਸਕਦਾ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਪਾਵਨ ਗੁਰਸ਼ਬਦ ਦੀਆਂ ਜੋ ਰਹਾਉ ਦੀਆਂ ਪੰਕਤੀਆਂ ਹਨ, ਉਹਨਾਂ ਦੇ ਵਿੱਚ ਬਹੁਤ ਸੋਹਣਾ ਸੁਚੱਜਾ
ਜਵਾਬ ਦਿੱਤਾ ਹੈ। ਹਰ ਕੇ ਚਾਰਨ ਹਿਰਦੈ ਕਰ ਓਟ, ਜਨ ਮਰਨ ਤੇ ਹੋਵਤ ਛੋਟ। ਰਹਾਉ। ਹਜ਼ੂਰ ਫਰਮਾਉਂਦੇ ਨੇ, ਵਾਹਿਗੁਰੂ ਦੇ ਚਰਨਾਂ ਕਮਲਾਂ ਦੀ ਆਪਣੇ ਹਿਰਦੇ ਵਿੱਚ ਓਟ ਗ੍ਰਹਿਣ ਕਰ ਲਵੋ। ਜਨ ਮਰਨ ਤੇ ਹੋਵਤ ਛੋਟ, ਇਸ ਦੇ ਨਾਲ ਹੀ ਜਨਮ ਮਰਨ ਤੋਂ ਤੁਹਾਨੂੰ ਛੁਟਕਾਰਾ ਪ੍ਰਾਪਤ ਹੋਵੇਗਾ ਜਾਂ ਹੋ ਸਕਦਾ ਹੈ। ਉਹ ਚਰਨ ਕਿਹੜੇ ਨੇ? ਨਿਰਗੁਣ ਦੇ ਚਰਨਾਂ ਦਾ ਤਾਂ ਕਿਸੇ ਨੂੰ ਪਤਾ ਵੀ ਨਹੀਂ, ਕਿਉਂਕਿ ਸਤਿਗੁਰੂ ਮਹਾਰਾਜ ਨੇ ਸੋਹਿਲੇ ਬਾਣੀ ਵਿੱਚ ਲਿਖਿਆ ਹੈ, ਉਸ ਵਾਹਿਗੁਰੂ ਦੇ ਦੋ ਸਰੂਪ ਨੇ। ਸਹਿਸ ਤਵ ਨੈਣ ਨਨ ਨੈਣ ਹੈ ਏਕ ਤੋਹੇ, ਸਹਿਸ ਮੂਰਤ ਨਨਾ ਏਕ ਤੋਹੀ। ਸਹਿਸ ਪਦ ਬਿਮਲ ਨਨ ਏਕ ਪਦ, ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ। ਕਿਤੇ ਵਾਹਿਗੁਰੂ ਦੇ ਹਜ਼ਾਰਾਂ ਹੀ ਨੇਤਰ ਨੇ, ਕਿਧਰੇ ਇੱਕ ਵੀ ਨਹੀਂ ਹੈ। ਕਿਧਰੇ ਉਸ ਵਾਹਿਗੁਰੂ ਦੀਆਂ ਹਜ਼ਾਰਾਂ ਹੀ ਸ਼ਕਲਾਂ ਨੇ, ਪਰ ਦੂਸਰੇ ਪਾਸੇ ਇੱਕ ਵੀ ਨਹੀਂ ਹੈ। ਇੱਕ ਪਾਸੇ ਹਜ਼ਾਰਾਂ ਵਾਹਿਗੁਰੂ ਦੇ ਚਰਨ ਨੇ, ਦੂਸਰੇ ਪਾਸੇ ਇੱਕ ਵੀ ਨਹੀਂ ਹੈ। ਇੱਕ ਪਾਸੇ ਹਜ਼ਾਰਾਂ ਗੰਧ ਘਰਾਣ ਇੰਦਰੀਏ ਹਨ, ਨਾਸਕਾਂ ਹਨ, ਦੂਸਰੇ ਪਾਸੇ ਇੱਕ ਵੀ ਨਹੀਂ। ਇਹ ਵਾਹਿਗੁਰੂ ਦਾ ਅਚਰਜ ਰੂਪ ਹੈ। ਪਰ ਹਜ਼ੂਰ ਕਹਿੰਦੇ ਨੇ, ਹਰ ਕੇ ਚਰਨ ਹਿਰਦੈ ਕਰ ਓਟ। ਜਦੋਂ ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਰੂਪੀ ਚਰਨਾਂ ਦੀ ਓਟ ਆਪਣੇ ਹਿਰਦੇ ਵਿੱਚ ਧਾਰਨ ਕਰ ਲਵੋਗੇ, ਫਿਰ ਜਨਮ ਮਰਨ ਤੋਂ ਤੁਹਾਨੂੰ ਛੁਟਕਾਰਾ ਮਿਲ ਸਕਦਾ ਹੈ। ਲੋ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਬੜੇ ਸੋਹਣੇ ਢੰਗ ਦੇ ਨਾਲ ਸਾਨੂੰ ਉਪਦੇਸ਼ ਦੇ ਰਹੇ ਹਨ। ਸੰਗਤਾਂ ਪ੍ਰੇਮ ਦੇ ਨਾਲ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਮਹਲਾ ਪੰਜਵਾਂ। ਸਾ ਮਤ ਨਿਰਮਲ ਕਹੀਅਤ ਧੀਰ, ਰਾਮ ਰਸਾਇਣ ਪੀਵਤ ਬੀਰ। ਗੌੜੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ, ਸਾ ਮਤ ਨਿਰਮਲ ਕਹੀਅਤ ਧੀਰ, ਰਾਮ ਰਸਾਇਣ ਪੀਵਤ ਬੀਰ। ਬੀਰ ਜਿਹੜਾ ਸ਼ਬਦ ਹੈ, ਇਹ ਠੇਠ ਪੰਜਾਬੀ ਦਾ ਸ਼ਬਦ ਹੈ। ਬੀਰ ਦਾ ਅਰਥ ਹੈ ਵੀਰ। ਵੀਰ ਕਹਿੰਦੇ ਨੇ ਭਰਾ ਨੂੰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵੀਰ ਸ਼ਬਦ ਦੁਆਰਾ, ਭਾਈ ਸ਼ਬਦ ਦੁਆਰਾ ਸੰਬੋਧਨ ਕਰਦੇ ਹਨ। ਵੀਰ ਹੈ ਵੀਰ, ਐ ਭਰਾਵਾ, ਸਾ ਮਤ ਨਿਰਮਲ ਕਹੀਅਤ ਧੀਰ। ਉਹ ਬੁੱਧੀ ਨਿਰਮਲ ਤੇ ਧੀਰ ਦਾ ਅਰਥ ਹੈ ਧੀਰਜ ਵਾਲੀ ਆਖੀ ਜਾਂਦੀ ਹੈ। ਉਹ ਬੁੱਧੀ ਪਵਿੱਤਰ ਤੇ ਬੜੀ ਹੌਸਲੇ ਵਾਲੀ ਆਖੀ ਜਾਂਦੀ ਹੈ। ਰਾਮ ਰਸਾਇਣ ਪੀਵਤ ਬੀਰ, ਹੇ ਭਰਾਵਾ, ਜਿਹੜੀ ਵਾਹਿਗੁਰੂ ਦੇ ਨਾਮ ਰੂਪੀ ਰਸਾਇਣ ਨੂੰ ਪੀਂਦੀ ਹੈ। ਰਸਾਇਣ ਜਿਹੜਾ ਲਫ਼ਜ਼ ਹੈ, ਇਸ ਦਾ ਅਰਥ ਹੈ ਰਸਾਇਣ ਰਸ ਦਾ ਘਰ। ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਸਾਰੇ ਰਸਾਂ ਦਾ ਘਰ ਮੰਨਿਆ ਗਿਆ ਹੈ। ਰਾਮ ਰਸਾਇਣ ਤੋਂ ਮੁਰਾਦ ਹੈ ਜੋ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਰਸ ਨੂੰ ਪੀਂਦੀ ਹੈ, ਕਿਉਂਕਿ ਹਜ਼ੂਰ ਨੇ ਉਸੇ ਮਤ ਨੂੰ ਹੀ ਸਭ ਤੋਂ ਸ੍ਰੇਸ਼ਟ ਮਤ ਆਖਿਆ ਹੈ। ਸਾ ਮਤ ਦਿਹੁ ਦਇਆਲ ਪ੍ਰਭ, ਜੇ ਤੁਮਹਿ ਅਰਾਧਾ, ਨਾਨਕ ਮੰਗੈ ਦਾਨ ਪ੍ਰਭ, ਰੇਣ ਭਗ ਸਾਧਾ। ਉਹ ਬੁੱਧੀ ਨਿਰਮਲ ਤੇ ਧੀਰਜ ਵਾਲੀ ਆਖੀ ਜਾਂਦੀ ਹੈ ਜੋ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਰਸਾਇਣ ਨੂੰ ਪੀਂਦੀ ਹੈ। ਦੂਸਰਾ ਰਸਾਇਣ ਦਾ ਅਰਥ ਮਹਾਂਪੁਰਖ ਇਹ ਵੀ ਕਰਦੇ ਸਨ। ਰਸਾਇਣ ਇੱਕ ਔਸ਼ਧੀ ਦਾ ਨਾਮ ਵੀ ਹੈ। ਉਹ ਜਿਹੜੇ ਰਸਾਇਣ ਹੈ, ਪੁਰਾਣੇ ਸਮੇਂ ਦੇ ਵਿੱਚ ਜਿਹੜੇ ਬਹੁਤ ਉੱਚ ਕੋਟੀ ਦੇ ਵੈਦ ਹੁੰਦੇ ਸਨ, ਤੇ ਉਹਨਾਂ ਦੇ ਨਾਮ ਦੇ ਨਾਲ ਵੀ ਇਸ ਸ਼ਬਦ ਦਾ ਪ੍ਰਯੋਗ ਹੁੰਦਾ ਸੀ ਬਈ ਫਲਾਨਾ ਤੇ ਸਾਧੂ ਰਸਾਇਣੀ ਹੈ, ਉਹਦੇ ਕੋਲੇ ਰਸਾਇਣ ਹੈ। ਉਹ ਰਸਾਇਣ ਇੱਕ ਐਸੀ ਔਸ਼ਧੀ ਸੀ
ਜਿਹਦੇ ਵਿੱਚ ਇਹ ਇੱਕ ਬਹੁਤ ਵੱਡਾ ਗੁਣ ਸੀ, ਉਸ ਦੇ ਬਾਰੇ ਲਿਖਿਆ ਹੈ, ਜੇ ਉਸ ਨੂੰ ਕਲੀ 'ਤੇ ਪਾ ਦਿਓ ਉਹ ਉਸ ਨੂੰ ਚਾਂਦੀ ਬਣਾ ਦਿੰਦੀ ਸੀ, ਜੇ ਤਾਂਬੇ 'ਤੇ ਪਾ ਦਿਓ ਉਸ ਨੂੰ ਸੋਨਾ ਬਣਾ ਦਿੰਦੀ ਸੀ। ਜੇ ਕੋਈ ਮਨੁੱਖ ਵਿਧੀ ਨਾਲ ਉਸ ਦਵਾਈ ਦਾ ਸੇਵਨ ਕਰ ਲਵੇ ਔਰ ਉਹ ਬੁੱਢੇ ਤੋਂ ਜਵਾਨ ਹੋ ਜਾਂਦਾ ਸੀ, ਉਹਦੇ ਵਿੱਚ ਇੰਨੀ ਤਾਕਤ ਆ ਜਾਂਦੀ ਸੀ, ਉਹ ਆਦਮੀ ਹਾਥੀ ਦਾ ਵੀ ਮੁਕਾਬਲਾ ਕਰ ਸਕਦਾ ਸੀ। ਉਸ ਨੂੰ ਰਸਾਇਣ ਕਹਿੰਦੇ ਸਨ। ਹੁਣ ਇੱਥੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨਾਮ ਦੀ ਮਹਿਮਾ ਲਈ ਰਸਾਇਣ ਸ਼ਬਦ ਵਰਤ ਰਹੇ ਹਨ। ਗੁਰਮੁਖੋ, ਉਹ ਬੁੱਧੀ ਨਿਰਮਲ ਵੀ ਹੈ ਤੇ ਧੀਰਜ ਵਾਲੀ ਵੀ ਹੈ, ਜੋ ਉਸ ਵਾਹਿਗੁਰੂ ਦੇ ਨਾਮ ਰਸ ਨੂੰ ਪੀਂਦੀ ਹੈ, ਅਥਵਾ ਜੋ ਨਾਮ ਇੱਕ ਰਸਾਇਣ ਹੈ ਔਰ ਇੱਕ ਐਸੀ ਔਸ਼ਧੀ ਹੈ ਜਿਹਦੇ ਪੀਣ ਦੇ ਨਾਲ ਜਿਹੜਾ ਅਗਿਆਨ ਰੂਪ ਹਾਥੀ ਹੈ ਇਹਨੂੰ ਨਾਸ਼ ਕਰਨ ਦੀ ਸ਼ਕਤੀ ਵੀ ਪ੍ਰਾਪਤ ਹੋ ਜਾਂਦੀ ਹੈ, ਅਤੇ ਇਹ ਕਲੀ ਨੂੰ ਚਾਂਦੀ ਵੀ ਬਣਾਉਂਦੀ ਹੈ ਤੇ ਤਾਂਬੇ ਨੂੰ ਸੋਨਾ ਵੀ ਬਣਾਉਂਦੀ ਹੈ। ਇਹ ਐਸੀ ਇੱਕ ਨਾਮ ਦੀ ਰਸਾਇਣ ਹੈ, ਜਿਹੜੇ ਇਸ ਨਾਮ ਦੀ ਰਸਾਇਣ ਨੂੰ, ਔਸ਼ਧੀ ਨੂੰ ਪੀਂਦੇ ਨੇ ਔਰ ਉਹਨਾਂ ਦੇ ਸਾਰੇ ਦੁੱਖ ਰੋਗ ਸਾਰੇ ਹੀ ਮਿਟ ਜਾਂਦੇ ਨੇ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਭਰਾਵਾ, ਉਹ ਬੁੱਧੀ ਨਿਰਮਲ ਤੇ ਹੌਸਲੇ ਵਾਲੀ ਆਖੀ ਜਾਂਦੀ ਹੈ, ਜਿਹੜੀ ਉਸ ਵਾਹਿਗੁਰੂ ਦੇ ਨਾਮ ਰੂਪੀ ਰਸਾਇਣ ਨੂੰ ਪੀਂਦੀ ਹੈ। ਹਰ ਕੇ ਚਰਨ ਹਿਰਦੈ ਕਰ ਓਟ, ਜਨਮ ਮਰਨ ਤੇ ਹੋਵਤ ਛੋਟ ਰਹਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਹਨਾਂ ਸਿਧਾਂਤ ਰੂਪ ਪੰਕਤੀਆਂ ਵਿੱਚ ਫਰਮਾਉਂਦੇ ਹਨ, ਹਰ ਕੇ ਚਰਨ ਹਿਰਦੈ ਕਰ ਓਟ, ਵੀ ਭਰਾਵਾ ਤੂੰ ਵਾਹਿਗੁਰੂ ਦੇ ਨਾਮ ਰੂਪੀ ਚਰਨਾਂ ਦੀ ਓਟ ਆਪਣੇ ਹਿਰਦੇ ਵਿੱਚ ਧਾਰਨ ਕਰ। ਇਹਦਾ ਫਲ ਜਨਮ ਮਰਨ ਤੇ ਹੋਵਤ ਛੋਟ, ਜਨਮ ਮਰਨ ਤੋਂ ਤੇਰਾ ਛੁਟਕਾਰਾ ਹੋ ਜਾਵੇਗਾ। ਸੋ ਤਨ ਨਿਰਮਲ ਜਿਤ ਉਪਜੈ ਨਾ ਪਾਪ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਵਿਸਰਾਮ ਦੇ ਕੇ ਅੱਗੇ ਫਰਮਾਉਂਦੇ ਹਨ, ਉਹ ਤਨ ਵੀ ਨਿਰਮਲ ਹੈ ਜਿਤ ਉਪਜੈ ਨਾ ਪਾਪ, ਜਿਸ ਦੇ ਵਿੱਚ ਕਦੇ ਵੀ ਪਾਪ ਨਹੀਂ ਪੈਦਾ ਹੁੰਦਾ। ਕਿਉਂਕਿ ਇਹ ਪਾਪ ਪੁੰਨ ਦੇ ਜਿਹੜੇ ਬੀਜ ਨੇ, ਸੰਸਕਾਰ, ਉਹ ਮਨੁੱਖ ਦੇ ਸਰੀਰ ਵਿੱਚ ਹੀ ਨੇ। ਚਾਹੇ ਨੇਕੀ ਹੈ ਚਾਹੇ ਬਦੀ ਹੈ, ਧਰਮ ਹੈ ਚਾਹੇ ਅਧਰਮ ਹੈ, ਉਹ ਸਾਡੇ ਹਿਰਦੇ ਵਿੱਚੋਂ ਹੀ ਪੈਦਾ ਹੁੰਦਾ ਹੈ। ਥੋੜ੍ਹਾ ਜਿਹਾ ਧਿਆਨ ਦੇ ਨਾਲ ਜਦੋਂ ਆਪਾਂ ਸੋਚ ਕੇ ਵੇਖਾਂਗੇ, ਜੇ ਕੋਈ ਚੰਗਾ ਸੰਸਕਾਰ ਮਨ ਵਿੱਚ ਪੈਦਾ ਹੋਵੇ, ਕੋਈ ਸੇਵਾ ਕਰਨ ਦਾ, ਨਿਤਨੇਮ ਕਰਨ ਦਾ, ਬੰਦਗੀ ਕਰਨ ਦਾ ਮਨ ਦੇ ਵਿੱਚ ਸੰਕਲਪ ਪੈਦਾ ਹੋਵੇ, ਤਾਂ ਸਮਝ ਲਓ ਕੋਈ ਪੁੰਨ ਦਾ ਸੰਸਕਾਰ ਉੱਗ ਪਿਆ ਹੈ। ਪਰ ਜੇ ਸਾਡੇ ਮਨ ਦੇ ਵਿੱਚ ਕੋਈ ਮਾੜਾ ਖਿਆਲ ਪੈਦਾ ਹੁੰਦਾ ਹੈ, ਕੋਈ ਬਦੀ ਦਾ ਖਿਆਲ ਪੈਦਾ ਹੁੰਦਾ ਹੈ, ਕੋਈ ਮਾੜਾ ਕੰਮ ਕਰਨ ਨੂੰ ਫੁਰਨਾ ਉੱਠਦਾ, ਤੇ ਸਮਝ ਲਓ ਅੰਦਰ ਪਾਪਾਂ ਦਾ ਬੀਜ ਪੁੰਗਰ ਪਿਆ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਸੋ ਤਨ ਨਿਰਮਲ, ਉਹ ਤਨ ਵੀ ਨਿਰਮਲ ਹੈ ਜਿਸ ਦੇ ਵਿੱਚ ਪਾਪ ਨਹੀਂ ਪੈਦਾ ਹੁੰਦਾ। ਰਾਮ ਰੰਗ ਨਿਰਮਲ ਪ੍ਰਤਾਪ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵਾਹਿਗੁਰੂ ਪਰਮੇਸ਼ਰ ਦੇ ਰੰਗ ਕਰਕੇ, ਭਾਵ ਉਸ ਵਾਹਿਗੁਰੂ ਦੇ ਪ੍ਰੇਮ ਦਾ ਸਦਕਾ ਨਿਰਮਲ ਪ੍ਰਤਾਪ। ਤੇ ਹੁਣ ਪ੍ਰਤਾਪ ਵੀ ਬਹੁਤ ਨਿਰਮਲ ਹੋ ਗਿਆ ਹੈ, ਕਿਉਂਕਿ ਜਿਹੜੇ ਮਹਾਂਪੁਰਖ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਉਹਨਾਂ ਨੂੰ ਐਸਾ ਨਾਮ ਦਾ ਰੰਗ ਚੜ੍ਹ ਜਾਂਦਾ ਹੈ, ਰਾਮ ਰੰਗ ਕਦੇ ਉਤਰ ਨਾ ਜਾਏ, ਗੁਰਪੂਰਾ ਜਿਸ ਦੇਹ 부ਝਾਏ, ਫਿਰ ਉਹ ਕਦੀ ਲਹਿੰਦਾ ਨਹੀਂ ਹੈ। ਉਸੇ ਨਾਮ ਰੰਗ ਦਾ ਸਦਕਾ ਉਹਨਾਂ ਦਾ ਪ੍ਰਤਾਪ ਬਹੁਤ ਨਿਰਮਲ, ਬਹੁਤ ਪਵਿੱਤਰ ਹੋ ਜਾਂਦਾ ਹੈ। ਸਾਧ ਸੰਗ ਮਿਟ ਜਾਤ ਵਿਕਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਐਸੇ ਜੋ ਮਹਾਂਪੁਰਖ ਨੇ, ਉਹਨਾਂ ਦੀ ਸੰਗਤ ਕਰਕੇ ਵਿਕਾਰ ਵੀ ਮਿਟ ਜਾਂਦੇ ਨੇ। ਕਿਉਂਕਿ ਅਸਲੀ ਸੰਤ ਦੀ, ਅਸਲੀ ਮਹਾਂਪੁਰਖ ਦੀ ਨਿਸ਼ਾਨੀ ਇਹ ਲਿਖੀ ਹੈ, ਜਿਨ ਮਿਲ ਮਾਰੇ ਪੰਜ ਸੂਰ ਬੀਰ, ਐਸੋ ਕੌਣ ਬਲੀ ਰੇ, ਜਿਨ ਪੰਜ ਮਾਰ ਬੇਦਾਰ ਗੁਦਾਰੇ, ਸੋ ਪੂਰਾ ਏ ਕਲੀ ਰੇ। ਜਿਸਨੇ ਪੰਜ ਵਿਕਾਰਾਂ ਤੇ ਜਿੱਤ ਪ੍ਰਾਪਤ ਕਰ ਲਈ, ਉਹ ਅਸਲੀ ਪੂਰਨ ਮਹਾਂਪੁਰਖ ਹੈ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਵੀ ਲਿਖਿਆ ਹੈ,
ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ, ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਜਿਨ੍ਹਾਂ ਨੇ ਗੁਰੂ ਸ਼ਬਦ ਦੀ ਕਮਾਈ ਕਰਕੇ ਪੰਜ ਵਿਕਾਰਾਂ ਨੂੰ ਜਿੱਤ ਲਿਆ ਹੈ, ਵੀ ਮੈਂ ਉਹਨਾਂ ਮਹਾਂਪੁਰਖਾਂ ਦੇ ਚਰਨਾਂ 'ਤੇ ਨਮਸਕਾਰ ਕਰਦਾ ਹਾਂ, ਉਹਨਾਂ ਦੇ ਚਰਨਾਂ 'ਤੇ ਸੀਸ ਰੱਖ ਕੇ ਮੈਂ ਉਹਨਾਂ ਦੇ ਚਰਨਾਂ 'ਤੇ ਮੱਥਾ ਟੇਕਦਾ ਹਾਂ। ਅਤੇ ਤੀਸਰੇ ਪਾਸੇ ਭਗਤ ਕਬੀਰ ਜੀ ਲਿਖਦੇ ਨੇ, ਕਹਿਤ ਕਬੀਰ ਪੰਚ ਜੋ ਚੂਰੇ, ਤਿੰਨ ਤੇ ਨਾਹੀਂ ਭਰਮ ਪਦ ਦੂਰੇ। ਇਹ ਹੈ ਪੂਰਨ ਪੁਰਖ ਦੀ ਅਵਸਥਾ। ਸਾਧ ਸੰਗ ਮਿਟ ਜਾਤ ਵਿਕਾਰ, ਜਿਸ ਦੇ ਆਪਣੇ ਵਿਕਾਰ ਮਿਟ ਗਏ ਨੇ, ਐਸੇ ਮਹਾਂਪੁਰਖ ਦੀ ਸੰਗਤ ਕਰਕੇ ਵਿਕਾਰ ਮਿਟ ਜਾਂਦੇ ਹਨ। ਸਭ ਤੇ ਊਚ ਇਹੋ ਉਪਕਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਮਹਾਂਪੁਰਖਾਂ ਦੀ ਸੰਗਤ ਦਾ ਇਹੀ ਸਭ ਤੋਂ ਉੱਚਾ ਪਰਉਪਕਾਰ ਹੈ। ਕਿਉਂਕਿ ਜਿਹੜੇ ਵਿਕਾਰ ਨੇ ਹੋਰ ਕਿਸੇ ਵੀ ਤਰੀਕੇ ਦੇ ਨਾਲ ਸਾਡਾ ਖਹਿੜਾ ਨਹੀਂ ਛੱਡਦੇ, ਪਰ ਜਦੋਂ ਪੂਰਨ ਮਹਾਂਪੁਰਖਾਂ ਦੀ ਸੰਗਤ ਕਰਦੇ ਹਾਂ, ਫਿਰ ਇਹਦੇ ਨਾਲ ਮਨ ਦੇ ਵਿਕਾਰ ਆਪਣੇ ਆਪ ਹੀ ਪਹਿਲਾਂ ਤਾਂ ਕਮਜ਼ੋਰ ਹੁੰਦੇ ਨੇ, ਸੂਖਮ ਪੈ ਜਾਂਦੇ ਨੇ, ਅਤੇ ਫਿਰ ਹੌਲੀ ਹੌਲੀ ਮਨ ਦੇ ਵਿੱਚੋਂ ਇਹਨਾਂ ਦੀ ਵਾਸ਼ਨਾ ਸੰਸਕਾਰ ਵੀ ਨਿਕਲ ਜਾਂਦੇ ਨੇ। ਇਹੀ ਤਾਂ ਸੰਗਤ ਦਾ ਸਭ ਤੋਂ ਉੱਚਾ ਪਰਉਪਕਾਰ ਹੈ। ਪ੍ਰੇਮ ਭਗਤ ਰਾਤੇ ਗੋਪਾਲ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੇ ਮਹਾਂਪੁਰਖ ਉਸ ਗੋਪਾਲ ਅਕਾਲ ਪੁਰਖ ਵਾਹਿਗੁਰੂ ਦੀ ਪ੍ਰੇਮਾ ਭਗਤੀ ਦੇ ਰੰਗ ਵਿੱਚ ਹਮੇਸ਼ਾ ਲਈ ਰੰਗੇ ਰਹਿੰਦੇ ਹਨ। ਨਾਨਕ ਜਾਚੈ ਸਾਧ ਰਵਾਲ। ਤੇ ਜਿਹੜੇ ਐਸੇ ਭਾਈ ਸਾਧੂ ਨੇ, ਅਸੀਂ ਉਹਨਾਂ ਦੇ ਚਰਨਾਂ ਦੀ ਰਵਾਲ ਦਾ ਅਰਥ ਹੈ ਧੂੜੀ। ਅਸੀਂ ਐਸੇ ਮਹਾਂਪੁਰਖਾਂ ਦੇ ਚਰਨਾਂ ਦੀ ਧੂੜੀ ਨੂੰ ਮੰਗਦੇ ਹਾਂ। ਗੌੜੀ ਮਹੱਲਾ ਪੰਜਵਾਂ। ਐਸੀ ਪ੍ਰੀਤ ਗੋਬਿੰਦ ਸਿਉ ਲਾਗੀ, ਮੇਲ ਲਏ ਪੂਰਨ ਵਡਭਾਗੀ ਰਹਾ। ਲੋ ਹੁਣ ਇਸ ਅਗਲੇ ਸ਼ਬਦ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਪ੍ਰੀਤੀ ਦਾ ਜ਼ਿਕਰ ਕਰਦੇ ਨੇ। ਮੇਲ ਲਏ ਪੂਰਨ ਵਡਭਾਗੀ, ਐਸੀ ਪ੍ਰੀਤ ਗੋਬਿੰਦ ਸਿਉ ਲਾਗੀ, ਮੇਲ ਲਏ ਪੂਰਨ ਵਡਭਾਗੀ। ਪੂਰਨ ਵਡਭਾਗੀ ਪੁਰਸ਼ ਕੌਣ ਹੈ? ਹਜ਼ੂਰ ਕਹਿੰਦੇ ਨੇ, ਮੇਲ ਲਏ, ਜਿਹਨੂੰ ਅਕਾਲ ਪੁਰਖ ਵਾਹਿਗੁਰੂ ਆਪਣੇ ਨਾਲ ਮੇਲ ਲਵੇ। ਜਿਹੜਾ ਰੱਬ ਨੂੰ ਮਿਲ ਗਿਆ ਉਹ ਪੂਰਨ ਵਡਭਾਗੀ ਮਹਾਂਪੁਰਖ ਹੈ। ਐਸੀ ਪ੍ਰੀਤ ਗੋਬਿੰਦ ਸਿਉ ਲਾਗੀ, ਉਹਦੀ ਐਸੀ ਪ੍ਰੀਤੀ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੁੜ ਗਈ ਹੈ, ਜਿਹੜੀ ਕਦੀ ਵੀ ਟੁੱਟ ਨਹੀਂ ਸਕਦੀ। ਤੋਰੀ ਨਾ ਟੂਟੈ, ਸ਼ੋਰੀ ਨਾ ਛੂਟੈ, ਐਸੀ ਮਾਧੋ ਖਿੰਚ ਤਣੀ। ਐਸੀ ਪ੍ਰੀਤੀ ਲੱਗ ਗਈ ਹੈ, ਐਸੀ ਪ੍ਰੀਤੀ ਜੁੜ ਗਈ ਹੈ, ਜਿਹੜੀ ਕਦੀ ਵੀ ਟੁੱਟ ਨਹੀਂ ਸਕਦੀ। ਇਹ 99 ਕਰਕੇ ਅਰਥ ਲੱਗਦਾ ਹੈ, ਐਸੀ ਪ੍ਰੀਤ ਗੋਬਿੰਦ ਸਿਉ ਲਾਗੀ, ਮੇਲ ਲਏ ਪੂਰਨ ਵਡਭਾਗੀ। ਵੀ ਜਿਹੜਾ ਪੂਰਨ ਵਡਭਾਗੀ ਪੁਰਖ ਹੈ, ਉਹਨੂੰ ਵਾਹਿਗੁਰੂ ਪਰਮੇਸ਼ਰ ਆਪਣੇ ਨਾਲ ਮੇਲ ਲੈਂਦਾ ਹੈ। ਉਹਦੀ ਐਸੀ ਪ੍ਰੀਤੀ ਵਾਹਿਗੁਰੂ ਦੇ ਨਾਲ ਜੁੜ ਜਾਂਦੀ ਹੈ, ਜਿਹੜੀ ਕਦੀ ਵੀ ਟੁੱਟ ਨਹੀਂ ਸਕਦੀ। ਇਹ ਕਿਸੇ ਨੂੰ ਐਸੀ ਇਹ ਅਵਸਥਾ ਪ੍ਰਾਪਤ ਹੁੰਦੀ ਹੈ। ਅਥਵਾ ਕੁਛ ਵਿਦਵਾਨਾਂ ਨੇ ਮੇਲ ਪੂਰਨ ਵਡਭਾਗੀ ਜਿਹੜੀ ਪੰਕਤੀ ਹੈ, ਜਿਹੜਾ ਪੂਰਨ ਸ਼ਬਦ ਹੈ, ਉਹਨੂੰ ਅਕਾਲ ਪੁਰਖ ਦੇ ਨਾਲ ਵੀ ਜੋੜਿਆ। ਮੇਲ ਪੂਰਨ ਵਡਭਾਗੀ, ਉਸ ਵਡਭਾਗੀ ਨੂੰ ਉਹ ਪੂਰਨ ਪ੍ਰਭੂ ਆਪਣੇ ਨਾਲ ਮੇਲ ਲੈਂਦਾ। ਪਰ ਪੂਰਨ ਵਡਭਾਗੀ ਉਹ ਪੂਰਨ ਵੱਡਿਆਂ ਭਾਗਾਂ ਵਾਲਾ ਪੁਰਖ, ਇਹ ਅਰਥ ਵਧੇਰੇ ਢੁਕਦਾ ਹੈ। ਮੇਲ ਪੂਰਨ ਵਡਭਾਗੀ, ਜਿਸ ਨੂੰ ਵਾਹਿਗੁਰੂ ਆਪਣੇ ਨਾਲ ਮੇਲ ਲਵੇ, ਉਹ ਪੂਰਨ ਵਡਭਾਗੀ ਪੁਰਸ਼ ਹੈ। ਉਹ ਪੂਰਨ ਵੀ ਹੈ ਤੇ ਵਡਭਾਗੀ ਵੀ ਹੈ। ਇਸੇ ਲਈ ਉਹਦੀ ਐਸੀ ਪ੍ਰੀਤੀ ਵਾਹਿਗੁਰੂ ਦੇ ਨਾਲ ਜੁੜ ਜਾਂਦੀ ਹੈ, ਜਿਹੜੀ ਕਦੇ ਵੀ ਟੁੱਟਦੀ ਨਹੀਂ ਹੈ। ਭਰਤਾ ਪੇਖ ਬਿਗਸੈ ਜਿਉ ਨਾਰੀ, ਤਿਉ ਹਰ ਜਨ ਜੀਵੈ ਨਾਮ ਚਿਤਾਰੇ। ਰਹਾਉ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ, ਐਸੀ ਪ੍ਰੀਤ ਗੋਬਿੰਦ ਸਿਉ ਲਾਗੀ। ਵੀ ਇਹੋ ਜਿਹੀ ਪ੍ਰੀਤੀ ਕਿਹੋ ਜਿਹੀ, ਅੱਗੇ ਉਦਾਹਰਣ ਦਿੰਦੇ ਹਨ। ਭਰਤਾ ਪੇਖ ਬਿਗਸੈ ਜਿਉ ਨਾਰੀ, ਜਿਵੇਂ ਨਾਰੀ ਕਿਸੇ ਸੁਹਾਗਣ ਇਸਤਰੀ ਦੀ ਆਪਣੇ ਪਤੀ ਨਾਲ ਪ੍ਰੀਤੀ ਹੁੰਦੀ ਹੈ। ਕਹੋ ਨਾਨਕ ਜਨ ਪ੍ਰਿਉ ਪਰਮੇਸ਼ਰ ਕਰ ਜਾਣਿਆ, ਧਨ ਸਤੀ ਦਰਗਹਿ ਪਰਵਾਨਿਆ। ਇਹ ਹੈ ਸੁਹਾਗਣ ਦੀ ਪ੍ਰੀਤ, ਉਹ ਆਪਣੇ ਪਤੀ ਨੂੰ ਪਰਮੇਸ਼ਰ ਸਮਝਦੀ ਹੈ। ਜੇ ਪਤੀ ਚੜ੍ਹਾਈ ਵੀ ਕਰ ਜਾਵੇ, ਉਹ ਇਹ ਸਮਝਦੀ ਹੈ ਮੇਰਾ ਪਤੀ ਪਰਮੇਸ਼ਰ ਕੋਲ ਚਲਾ ਗਿਆ।
ਭਰਤਾ ਪੇਖ ਬਿਕਸੈ ਜਿਉ ਨਾਰੀ, ਜਿਵੇਂ ਕੋਈ ਨਾਰੀ ਇਸਤਰੀ, ਭਰਤਾ ਦਾ ਅਰਥ ਹੈ ਪਤੀ। ਜਿਵੇਂ ਸੁਹਾਗਣ ਇਸਤਰੀ ਆਪਣੇ ਪਤੀ ਨੂੰ ਵੇਖ ਕੇ ਪ੍ਰਸੰਨ ਹੋ ਜਾਂਦੀ ਹੈ, ਤੇ ਇਸੇ ਤਰ੍ਹਾਂ ਵਾਹਿਗੁਰੂ ਦੇ ਪਿਆਰਿਆਂ ਦੀ ਪ੍ਰੀਤੀ ਅਕਾਲ ਪੁਰਖ ਦੇ ਨਾਲ ਹੈ। ਤਿਉ ਹਰ ਜਨ ਜੀਵੈ ਨਾਮ ਚਿਤਾਰੀ। ਇਸੇ ਤਰ੍ਹਾਂ ਵਾਹਿਗੁਰੂ ਦਾ ਜਨ ਦਾਸ ਉਸ ਵਾਹਿਗੁਰੂ ਦੇ ਨਾਮ ਨੂੰ ਚੇਤੇ ਕਰਕੇ ਜੀ ਉੱਠਦਾ ਹੈ। ਭਾਵ ਜਿਵੇਂ ਕੋਈ ਇਸਤਰੀ ਆਪਣੇ ਪਤੀ ਨੂੰ ਵੇਖ ਕੇ ਪ੍ਰਸੰਨ ਹੁੰਦੀ ਹੈ, ਪਰ ਇਹ ਸੁਹਾਗਣ ਦੀ ਗੱਲ ਹੈ। ਤਿਉ ਹਰ ਜਨ ਜੀਵੈ ਨਾਮ ਚਿਤਾਰੀ। ਇਸੇ ਤਰ੍ਹਾਂ ਜਿਹੜਾ ਵਾਹਿਗੁਰੂ ਦਾ ਦਾਸ ਹੈ, ਉਹ ਵਾਹਿਗੁਰੂ ਦੇ ਨਾਮ ਨੂੰ ਚੇਤੇ ਕਰ ਕਰਕੇ ਜਿਉਂਦਾ ਹੈ। ਪੂਤ ਪੇਖ ਜਿਉ ਜੀਵਤ ਮਾਤਾ, ਪੋਤ ਪੋਤ ਜਨ ਹਰਿ ਸਿਉ ਰਾਤਾ। ਲਓ ਹੁਣ ਦੂਜੀ ਉਦਾਹਰਨ ਸਤਿਗੁਰੂ ਦਿੰਦੇ ਨੇ, ਜਿਵੇਂ ਪੁੱਤਰ ਨੂੰ ਵੇਖ ਕੇ ਮਾਤਾ ਜਿਉਂਦੀ ਹੈ, ਕਿਉਂਕਿ ਮਾਤਾ ਤੇ ਪੁੱਤਰ ਦਾ ਵੀ ਪਿਆਰ ਇੱਕ ਵੱਖਰਾ ਹੀ ਹੁੰਦਾ ਹੈ। ਭਗਤ ਕਬੀਰ ਜੀ ਨੇ ਵੀ ਬੜੀ ਸੁੰਦਰ ਉਦਾਹਰਨ ਦਿੱਤੀ ਹੈ। ਸੁਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨ ਰਾਖਸ ਤੇਤੇ। ਰਾ ਮਈਆ ਹੂੰ ਬਾਰਕ ਤੇਰਾ, ਕਾਹੇ ਨਾ ਖੰਡਸ ਅਵਗਣ ਮੇਰਾ। ਤੇ ਅੱਗੇ ਲਿਖਦੇ ਨੇ, ਜੇ ਅਤ ਕਰੋਪ ਕਰੇ ਕਰ ਧਾਇਆ, ਤਾਂ ਵੀ ਚੀਤ ਨ ਰਾਖਸ ਮਾਇਆ। ਜੇ ਬੱਚਾ ਗੁੱਸੇ ਹੋ ਕੇ ਘਰੋਂ ਦੌੜ ਵੀ ਜਾਵੇ ਤੇ ਭੁੱਖ ਲੱਗੀ ਤੋਂ ਫਿਰ ਘਰ ਆ ਜਾਂਦਾ ਹੈ, ਮਾਂ ਫਿਰ ਵੀ ਖੁਸ਼ ਹੁੰਦੀ ਹੈ, ਚੱਲ ਕੋਈ ਗੱਲ ਨਹੀਂ, ਆ ਤੇ ਗਿਆ। ਤੇ ਇਸ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਦਾ ਵੀ ਬਿਰਦ ਹੈ। ਪੂਤ ਪੇਖ ਜਿਉ ਜੀਵਤ ਮਾਤਾ, ਜਿਵੇਂ ਮਾਤਾ ਆਪਣੇ ਪੁੱਤਰ ਨੂੰ ਵੇਖ ਵੇਖ ਕੇ ਜਿਉਂਦੀ ਹੈ। ਓਤ ਪੋਤ ਜਨ ਹਰਿ ਸਿਉ ਰਾਤਾ। ਇਸੇ ਤਰ੍ਹਾਂ ਵਾਹਿਗੁਰੂ ਦਾ ਜਨ ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ। ਓਤ ਪੋਤ ਦਾ ਅਰਥ ਹੈ ਜਿਵੇਂ ਮਾਤਾ ਦੀ ਗੋਦ ਵਿੱਚ ਬੱਚਾ ਤੇ ਮਾਂ ਦੀ ਗੋਦੀ ਵਿੱਚ ਬੱਚਾ, ਤੇ ਬੱਚਾ ਆਪਣੇ ਮਾਂ ਦੀ ਗੋਦੀ ਵਿੱਚ ਲਿਪਟਿਆ ਹੁੰਦਾ, ਇਹਨੂੰ ਕਹਿੰਦੇ ਨੇ ਓਤ ਪੋਤ। ਓਤ ਪੋਤ ਜਨ ਹਰਿ ਸਿਉ ਰਾਤਾ। ਇਸੇ ਤਰ੍ਹਾਂ ਵਾਹਿਗੁਰੂ ਦਾ ਦਾਸ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਓਤ ਪੋਤ ਹੋ ਕੇ, ਰਾਤਾ ਦਾ ਅਰਥ ਉਹਦੇ ਵਿੱਚ ਹੀ ਤਦਾਕਾਰ ਹੋਇਆ ਰਹਿੰਦਾ। ਜਿਵੇਂ ਪੁੱਤਰ ਮਾਤਾ ਦੀ ਗੋਦ ਨਾਲ ਲਿਪਟਿਆ ਰਹਿੰਦਾ ਹੈ, ਇਸੇ ਤਰ੍ਹਾਂ ਓਤ ਪੋਤ ਤਾਣੇ ਪੇਟੇ ਵਾਂਗੂ ਵਾਹਿਗੁਰੂ ਦਾ ਦਾਸ ਵਾਹਿਗੁਰੂ ਦੇ ਨਾਲ ਮਿਲਿਆ ਰਹਿੰਦਾ ਹੈ।